NKN देख रहे ਸਰੋਤਿਆਂ ਦਾ ਸਵਾਗਤ है। ਅੱਜ ਖਾਸ ਵਿਸ਼ੇ ਤੇ ਚਰਚਾ ਕਰਨ ਜਾ ਰਹੇ ਹਾਂ ਅਸੀਂ। ਮੇਰੇ ਨਾਲ ਮਮਤਾ, ਅਸੀਂ ਚਰਚਾ ਕਰਾਂਗੇ ਕਿ ਨੌਜਵਾਨ ਪੀੜ੍ਹੀ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਹੈ, ਕਿੱਦਾਂ ਦੇ ਉਹਨਾਂ ਦੇ ਵਿਚਾਰ ਨੇ, ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਕਿੱਧਰ ਨੂੰ ਸਮਾਜ ਨੂੰ ਲੈ ਕੇ ਜਾ ਰਹੇ ਨੇ। ਖਾਸ ਚਰਚਾ ਅੱਜ ਕਰਾਂਗੇ ਲਵ ਮੈਰਿਜ ਦੇ ਉੱਤੇ। ਸਭ ਤੋਂ ਪਹਿਲਾਂ ਮਮਤਾ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? बहुत वधिया, तुसीं सुनाओ? हाँ जी ठीक है। ममता जी ਆਪਾਂ ਚਰਚਾ ਕਰਾਂਗੇ ਕਿ ਨੌਜਵਾਨ ਪੀੜ੍ਹੀ ਜਿਹੜੀ ਰੁਝਾਨ ਵੱਧਦਾ ਜਾ ਰਿਹਾ ਹੈਗਾ ਲਵ ਮੈਰਿਜ ਦਾ। ਅਸੀਂ ਅਕਸਰ ਦੇਖਦੇ ਹਾਂ ਕਿ ਨੌਜਵਾਨ ਲੜਕੇ ਤੇ ਲੜਕੀਆਂ ਉਹ ਜਿਹੜਾ ਲਵ ਮੈਰਿਜ ਕਰਵਾਉਂਦੇ ਨੇ ਉਹਦੇ ਵਿੱਚ ਜ਼ਿਆਦਾ ਕਰਕੇ ਜਿਹੜੇ ਆ ਉਹ ਮਾਪਿਆਂ ਦੀ ਸਹਿਮਤੀ ਨਹੀਂ ਹੁੰਦੀ, ਘਰੋਂ ਭੱਜ ਕੇ ਕਰਵਾਉਂਦੇ ਨੇ ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਮ ਆਪਾਂ ਵਾਪਰਦੀਆਂ ਦੇਖਦੇ ਹਾਂ, ਟੈਲੀਵਿਜ਼ਨ 'ਚ ਦੇਖਦੇ ਹਾਂ, ਅਖਬਾਰਾਂ 'ਚ ਪੜ੍ਹਦੇ ਜਾਂ ਆਪਾਂ ਆਮ ਸਮਾਜ ਦੇ ਵਿੱਚ ਸੁਣਦੇ ਹੈਗੇ ਹਾਂ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿਹੜੀ ਲਵ ਮੈਰਿਜ ਹੈ ਇਹਦੇ ਲਈ ਤੁਸੀਂ ਕਿੰਨੇ ਕੁ ਹੱਕ ਦੇ ਵਿੱਚ ਹੈਗੇ ਹੋ? ਇੱਦਾਂ ਗੱਲ ਇਹ ਆ ਕਿ ਅਸੀਂ ਪਰਸੈਂਟ ਦੇ ਵਿੱਚ ਤਾਂ ਅਸੀਂ ਨਹੀਂ ਬੋਲ ਸਕਦੇ ਕਿ ਕਿੰਨੇ ਪਰਸੈਂਟ ਹੱਕ ਦੇ ਵਿੱਚ ਆ। ਓਬਵੀਅਸਲੀ ਥਿੰਕ ਆ, ਅਗਰ ਕੋਈ ਕਾਨੂੰਨ ਕਿਸੇ ਚੀਜ਼ ਦਾ ਅਧਿਕਾਰ ਦਿੰਦਾ ਹੈ ਤਾਂ ਬਹੁਤ ਸੋਚ ਸਮਝ ਕੇ ਉਹਨੂੰ ਅਧਿਕਾਰ ਦਿੱਤਾ ਜਾਂਦਾ ਆ। ਅਗਰ ਉਹਦਾ ਅਧਿਕਾਰ ਮਿਲਦਾ ਹੈ ਤਾਂ ਉਹ ਕੋਈ ਚੰਗੀ ਚੀਜ਼ ਹੀ ਹੋਏਗੀ, ਅਗਰ ਅਸੀਂ ਕਹਿ ਸਕਦੇ ਹਾਂ। ਬਟ ਉਹ ਇੱਕ ਡਿਪੈਂਡ ਕਰਦਾ ਲੋਕਾਂ ਦੇ ਉੱਤੇ ਕਿ ਉਹ ਕਿਸ ਤਰ੍ਹਾਂ ਉਸ ਅਧਿਕਾਰ ਨੂੰ ਲੈਂਦੇ ਆ। ਕਿ ਅਗਰ ਤਾਂ ਉਹਦਾ ਮਿਸਯੂਜ਼ ਹੋ ਰਿਹਾ ਹੈ ਤਾਂ ਬਹੁਤ ਗਲਤ ਹੈ, ਅਗਰ ਉਹਦਾ ਇੱਕ ਰਾਈਟ ਥਿੰਗ ਦੇ ਵਿੱਚ ਯੂਜ਼ ਹੁੰਦਾ ਹੈ ਤਾਂ ਫਿਰ ਠੀਕ ਹੈ। ਹੁਣ ਲਵ ਮੈਰਿਜ ਦਾ ਮਤਲਬ ਹੀ ਇਹੀ ਹੈ ਕਿ ਆਪਣੀ ਪਸੰਦ ਦਾ ਵਿਆਹ, ਪੰਜਾਬੀ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਇਹਦੇ ਵਿੱਚ ਇਹ ਹੈ ਕਿ ਹੁਣ ਨੋਰਮਲ ਜੀ ਗੱਲ ਹੋ ਚੁੱਕੀ ਹੈ, ਲੋਕਾਂ ਦੇ ਵਿੱਚ ਇੱਕ ਟ੍ਰੈਂਡ ਵੀ ਬਣ ਗਿਆ ਆ ਕਿ ਸਾਰੇ ਲਵ ਮੈਰਿਜ ਕਰਾਉਣ ਲੱਗ ਪਏ। ਅਗਰ ਅਸੀਂ ਅੱਜ ਤੋਂ 20-30 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਸਭ ਨਹੀਂ ਹੁੰਦਾ ਸੀ ਕਿ ਜੋ ਜਿੱਥੇ ਘਰਦਿਆਂ ਨੇ ਸੋਚਣਾ ਉੱਥੇ ਰਿਸ਼ਤਾ ਹੋ ਜਾਣਾ। ਈਵਨ ਕਿ ਇੱਕ ਦੂਜੇ ਨੂੰ ਵੀ ਦੇਖਿਆ ਵੀ ਨਹੀਂ ਜਾਂਦਾ ਸੀਗਾ ਜਦੋਂ ਰਿਸ਼ਤਾ ਹੁੰਦਾ ਸੀ, ਸਿਰਫ ਮੈਰਿਜ ਵਾਲੇ ਦਿਨ ਹੀ ਪਤਾ ਲੱਗਦਾ ਸੀ ਕਿ ਹਾਂ ਇਹ ਮੇਰਾ ਹਸਬੈਂਡ ਹੈ ਔਰ ਇਹ ਮੇਰੀ ਵਾਈਫ ਹੈ। ਔਰ ਬਹੁਤ ਲੰਬੇ ਸਮੇਂ ਤੱਕ ਉਹਨਾਂ ਦੀ ਅਰੇਂਜ ਮੈਰਿਜ ਸਕਸੈਸ ਰਹਿੰਦੀ ਸੀ ਜਿੱਥੋਂ ਤੱਕ ਅਸੀਂ ਜਾਣਦੇ ਹਾਂ। ਅਤੇ ਅੱਜ ਕੱਲ੍ਹ ਲਵ ਮੈਰਿਜ ਹੋਣਾ ਮੈਂ ਕੋਈ ਗਲਤ ਨਹੀਂ ਕਹਿੰਦੀ ਕਿ ਇਹ ਗਲਤ ਆ, ਬਟ ਹਾਂ ਇਹ ਅਗਰ ਤੁਸੀਂ ਬਿਨਾਂ ਘਰਦਿਆਂ ਦੀ ਸਹਿਮਤੀ ਤੋਂ ਕਰਾਉਂਦੇ ਆ ਤਾਂ ਬਹੁਤ ਗਲਤ ਚੀਜ਼ ਹੈ। ਮਮਤਾ ਜੀ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੀ ਲਵ ਮੈਰਿਜ ਹੈਗੀ ਆ ਲਗਭਗ ਜਿਹੜੀਆਂ ਉਹ 90% ਲਵ ਮੈਰਿਜ ਜਿਹੜੀਆਂ ਵਿੱਚ ਵਿਚਕਾਰ ਰਹਿ ਜਾਂਦੀਆਂ। ਇਹ ਮਾਪਿਆਂ ਦੀ ਸਹਿਮਤੀ ਤੋਂ ਬਗੈਰ ਜਿਹੜੇ ਵਿਆਹ ਕਰਾਣੇ, ਨੱਠ ਭੱਜ ਕੇ ਕਰਾਣੇ ਉਦੋਂ ਹੀ ਪਤਾ ਲੱਗਦਾ ਜਦੋਂ ਘਰ ਦੇ ਵਿੱਚ ਚਿੱਠੀ ਆ ਜਾਂਦੀ ਹੈ ਕਿ ਤੁਹਾਡੀ ਲੜਕੀ ਨੇ ਪੁਲਿਸ ਪ੍ਰੋਟੈਕਸ਼ਨ ਮੰਗੀ ਆ ਕਿ ਮੈਨੂੰ ਮਾਪਿਆਂ ਤੋਂ ਖਤਰਾ। ਉਸ ਵੇਲੇ ਮਾਪਿਆਂ ਦੇ ਮਨ 'ਤੇ ਕੀ ਬੀਤਦੀ ਹੋਏਗੀ ਜਦੋਂ ਜਿਸ ਮਾਂ ਨੇ ਨਿੱਕੀ ਜਿਹੀ ਬੱਚੀ ਨੂੰ ਜਨਮ ਵੀ ਦਿੱਤਾ ਹੈ ਔਰ ਵੱਡੀ ਵੀ ਕੀਤਾ, ਪੜ੍ਹਾਇਆ ਲਿਖਾਇਆ ਵੀ ਆ, ਉਹੀ ਬੱਚੀ ਜਿਹੜੀ ਹੈ ਮਾਵਾਂ ਦੀਆਂ ਪਿਓ ਦੀਆਂ ਉਹ ਸੱਧਰਾਂ ਨੂੰ ਠੋਕਰ ਮਾਰ ਕੇ ਤੇ ਉਹ ਪੁਲਿਸ ਪ੍ਰੋਟੈਕਸ਼ਨ ਪੁਲਿਸ ਘਰ ਦੇ ਦਰਵਾਜ਼ੇ ਦੇ ਮੂਹਰੇ ਆ ਕੇ ਖੜ ਜਾਂਦੀ ਹੈ ਕਿ ਇਹ ਜਿਹੜੀ ਲੜਕੀ ਹੈ ਉਹਨੇ ਲਵ ਮੈਰਿਜ ਕਰਾ ਲਈ ਆ ਤੇ ਉਹ ਤੁਹਾਡੇ ਤੋਂ ਉਹ ਕਹਿ ਰਹੀ ਕਿ ਖਤਰਾ ਹੈ। ਮਾਪਿਆਂ ਦੇ ਮਨ 'ਤੇ ਕਿੰਨੀ ਕੁ ਸੱਟ ਵੱਜਦੀ ਹੋਊਗੀ? ਇਹ ਤਾਂ ਬਹੁਤ ਜ਼ਿਆਦਾ ਗਲਤ ਗੱਲ ਹੈ। ਓਬਵੀਅਸਲੀ ਥਿੰਕ ਆ ਕਿ ਸਾਰੇ ਮਾਪੇ ਦੇ ਦਿਲ 'ਤੇ ਇੱਕ ਪੱਥਰ ਰੱਖਣ ਵਾਲੀ ਗੱਲ ਹੈ ਕਿ ਤੁਸੀਂ ਇੱਕ ਉਸ ਮਾਂ ਬਾਪ ਨੂੰ ਕਹਿ ਰਹੇ ਹੋ ਕਿ ਉਹਨਾਂ ਤੋਂ ਖਤਰਾ ਹੈ ਜਿਹਨੇ ਤੁਹਾਨੂੰ ਪੜ੍ਹਾਇਆ ਲਿਖਾਇਆ, ਵੱਡੇ ਕੀਤਾ, ਵਧੀਆ ਪਰਵਰਿਸ਼ ਦਿੱਤੀ ਹੈ ਔਰ ਤੁਸੀਂ ਉਹਨਾਂ ਦਾ ਮੁੱਲ ਮੋੜਨ ਦੀ ਜਗ੍ਹਾ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਤੋਂ ਸਾਨੂੰ ਖਤਰਾ ਹੈ। ਕਿ ਉਹ ਅੱਤਵਾਦੀ ਹੈ ਜਿਹੜਾ ਉਹਨਾਂ ਤੋਂ ਖਤਰਾ ਹੈ? ਇਹ ਤਾਂ ਬਸ ਤੁਸੀਂ ਐਂ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਮਾਪੇ ਨੂੰ ਸੁਸਾਇਟੀ ਦੀ ਨਜ਼ਰਾਂ ਦੇ ਵਿੱਚ ਗਲਤ ਠਹਿਰਾਉਂਦੇ ਆ, ਜੋ ਕਿ ਬਹੁਤ ਗਲਤ ਗੱਲ ਹੈ। ਤੁਹਾਨੂੰ ਕਿਸੇ ਰਾਈਟ ਨਹੀਂ ਦਿੱਤਾ ਕਿ ਤੁਸੀਂ ਆਪਣੇ ਮਾਪਿਆਂ ਨੂੰ ਗਲਤ ਦੱਸ ਸਕੋ। ਇਹਦੇ ਲਈ ਕੀ ਕਹਿਣਾ ਚਾਹੋਗੇ? ਵੈਸੇ ਲਵ ਮੈਰਿਜ ਜਿਹੜਾ ਸ਼ਬਦ ਬਹੁਤ ਪਿਆਰਾ ਸ਼ਬਦ ਹੈ, ਪਿਆਰ ਦੇ ਨਾਲ ਵਿਆਹ ਕਰਨਾ ਕੋਈ ਗੱਲ ਮਾੜੀ ਨਹੀਂ ਹੈ। ਸਾਡਾ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਵੀ ਸਾਨੂੰ ਅਧਿਕਾਰ ਦਿੰਦਾ ਹੈ, ਹੱਕ ਦਿੰਦਾ ਹੈ ਤੇ ਜਿਹੜਾ ਕਾਨੂੰਨ ਹੈ ਉਹ ਵੀ ਸਾਡੇ ਨਾਲ ਖੜਦਾ ਉਸ ਵੇਲੇ ਜਦੋਂ ਅਸੀਂ ਲਵ ਮੈਰਿਜ ਕਰਦੇ ਹਾਂ। ਪਰ ਲਵ ਮੈਰਿਜ ਕਰਨ ਵੇਲੇ ਕਿਤੇ ਨਾ ਕਿਤੇ ਐਂ ਲੱਗਦਾ ਵੀ ਉਹ ਨੌਜਵਾਨ ਲੜਕਾ ਲੜਕੀ ਜ਼ਿਆਦਾ ਬਰੀਕੀ ਨਾਲ ਨਹੀਂ ਦੇਖਦੇ ਜਾਂ ਉਹ ਮੈਚੋਰ ਨਹੀਂ ਹੁੰਦੇ ਉਸ ਵੇਲੇ, ਜਾਂ ਕੀ ਕਹਿਣਾ ਚਾਹੋਗੇ? ਜਿਵੇਂ ਵਿਦੇਸ਼ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ, ਯੂਰਪ ਦੇ ਵਿੱਚ ਲਵ ਮੈਰਿਜ ਕੀਤੀ ਜਾਂਦੀ ਹੈ ਪਰ ਉੱਥੇ ਲੜਕੀ ਇਹ ਦੇਖਦੀ ਹੈ ਕਿ ਮੈਂ ਆਪਣੇ ਪੈਰੀਂ ਹਾਂ, ਲੜਕਾ ਇਹ ਦੇਖਦਾ ਕਿ ਮੈਂ ਆਪਣੇ ਪੈਰੀਂ ਹਾਂ, ਫਿਰ ਮਾਪਿਆਂ ਦੀ ਸਹਿਮਤੀ ਦੇ ਨਾਲ ਲਵ ਮੈਰਿਜ ਕਰ ਲੈਂਦੇ ਨੇ। ਕੋਈ ਐਡੀ ਗੱਲ ਨਹੀਂ ਹੈ, ਇੱਥੇ ਵੀ ਕੀਤੀ ਜਾ ਸਕਦੀ ਹੈ। ਕੀ ਕਹਿਣਾ ਚਾਹੋਗੇ ਇਹਦੇ ਲਈ ਕਿ ਬੱਚੇ ਜਿਹੜੇ ਘਰੋਂ ਭੱਜ ਕੇ ਇਹ ਮੈਰਿਜ ਕਰਾਉਂਦੇ ਨੇ, ਟਾਈਮ ਤੋਂ ਪਹਿਲਾਂ ਕਰਵਾਉਂਦੇ ਨੇ, ਵੀ ਉਹਨਾਂ ਨੂੰ ਪੈਰੀਂ ਵੀ ਹੋ ਕੇ ਕਰਨਾ ਚਾਹੀਦਾ? ਹਾਂਜੀ, ਅਗਰ ਮੈਂ ਫੋਰਨ ਦੀ ਗੱਲ ਕਰਾਂ ਜਾਂ ਫਿਰ ਯੂਰਪ ਦੀ, ਜਿੱਦਾਂ ਤੁਸੀਂ ਕਿਹਾ ਹੈ, ਉੱਥੇ ਤਾਂ ਇਹ ਹੈ ਕਿ 18 ਈਅਰ ਦੇ ਜਦੋਂ ਬੱਚੇ ਹੁੰਦੇ ਉਹ ਆਪਣੇ ਮਾਪੇ ਤੋਂ ਅਲੱਗ ਹੀ ਹੋ ਜਾਂਦੇ ਆ ਮੋਸਟਲੀ, ਅਤੇ ਉਹ ਆਪਣੇ ਘਰ ਦੇ ਨਾਲ ਰਹਿੰਦੇ ਹੀ ਨਹੀਂ ਆ। ਅਤੇ ਇੱਥੇ ਚਲੋ ਵਧੀਆ ਪਰਵਰਿਸ਼ ਦਿੱਤੀ ਜਾਂਦੀ, ਸੰਸਕਾਰ ਵਧੀਆ ਕਿ ਉਮਰ ਭਰ ਤੱਕ ਆਪਣੇ ਮਾਂ ਪਿਓ ਦੇ ਨਾਲ ਰਹਿੰਦੇ ਆ ਬੱਚੇ।
ਤੇ ਜਿੱਥੇ ਤੱਕ ਇਹ ਤੁਸੀਂ ਪੁੱਛ ਰਹੇ ਹੋ ਤਾਂ ਮੇਰੇ ਹਿਸਾਬ ਦੇ ਨਾਲ ਕਿ ਮੈਚਿਓਰਿਟੀ ਜਿਹੜੀ ਆ ਉਹ ਸਭ ਤੋਂ ਇੱਕ ਵੱਡਾ ਪੜਾਵ ਰੱਖਦੀ ਆ, ਮਤਲਬ ਅਹਿਮੀਅਤ ਹੈ ਉਹਦੀ। ਅਗਰ ਤੁਸੀਂ ਦੋਨੋਂ ਪਰਸਨ ਮੈਚਿਓਰ ਆ, ਤੁਹਾਡਾ ਪਾਰਟਨਰ ਔਰ ਤੁਸੀਂ, ਤਾਂ ਫਿਰ ਕੋਈ ਵੱਡੀ ਗੱਲ ਨਹੀਂ ਹੈਗੀ। ਅਗਰ ਤੁਸੀਂ ਅੰਡਰਸਟੈਂਡ ਕਰਦੇ ਆ, ਵੈਲ ਸੈਟਲਡ ਆ, ਮੁੰਡਾ ਵਧੀਆ ਜੌਬ ਕਰਦਾ ਆ, ਵਧੀਆ ਕਮਾਉਂਦਾ ਆ, ਇੱਕ ਮਾਪੇ ਨੂੰ ਕੀ ਚਾਹੀਦਾ ਹੁੰਦਾ, ਇੱਕ ਗੁਣ ਹੀ ਚਾਹੀਦੇ ਹੁੰਦੇ ਆ ਕਿ ਬੱਚਾ ਜਿਹੜਾ ਹੋਵੇ ਸਾਡਾ ਕੁੜੀ ਦਾ ਪਾਰਟਨਰ ਬਣੇ, ਵਧੀਆ ਕਮਾਉਂਦਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਸਮਝਦਾਰ ਹੋਵੇ, ਨਸ਼ੇ ਨੁਸ਼ਿਆਂ ਤੋਂ ਦੂਰ ਹੋਵੇ, ਸਭ ਕੁਝ। ਜੇ ਉਹ ਕੁੜੀ ਉਹ ਖੁਦ ਹੀ ਉੱਦਾਂ ਦਾ ਲੱਭ ਲੈਂਦੀ ਆ ਸਾਰਾ, ਤਾਂ ਫਿਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਤਾਂ ਮਾਪੇ ਨੂੰ ਵੀ ਉਹਦੀ ਸਮਝਣੀ ਚਾਹੀਦੀ ਹੈ ਗੱਲ। ਕਈ ਕੇਸਿਸ ਦੇ ਵਿੱਚ ਹੁੰਦਾ ਆ ਕਿ ਮਾਂ ਪਿਓ ਵੀ ਬਹੁਤ ਜ਼ਿਆਦਾ ਆਪਣੀ ਹਿੰਡ ਜਤਾਉਂਦੇ ਆ, ਬਹੁਤ ਜ਼ਿਆਦਾ ਕਹਿੰਦੇ ਅਸੀਂ ਅਣਖ ਆ ਜੇ ਉਹ ਅਣਖ ਦੇ ਚੱਕਰ ਦੇ ਵਿੱਚ ਫਿਰ ਉੱਥੇ ਬੱਚੇ ਵੀ ਹਰਟ ਹੋ ਜਾਂਦੇ ਆ, ਕਿਉਂਕਿ ਹੁਣ ਦੇ ਬੱਚੇ ਮਾਡਰਨ ਆ, ਉਹ ਉਹਨਾਂ ਦੀ ਸੋਚ ਦੇ ਇੱਕ ਜਨਰੇਸ਼ਨ ਗੈਪ ਪੈ ਗਿਆ ਆ। ਹੁਣ ਅਸੀਂ ਆਪਣੇ ਮਾਂ ਪਿਓ ਦੀ ਗੱਲ ਕਰੀਏ, ਉਹ ਥੋੜ੍ਹੇ ਓਲਡ ਜਨਰੇਸ਼ਨ ਤੋਂ ਆ, ਅਸੀਂ ਨਿਊ ਜਨਰੇਸ਼ਨ ਤੋਂ ਆ। ਮੈਂ ਇਹ ਨਹੀਂ ਕਹਿੰਦੀ ਕਿ ਉਹ ਗਲਤ ਆਪਣੀ ਜਗ੍ਹਾ, ਉਹ ਵੀ ਸਹੀ ਹੈ, ਕਿਉਂਕਿ ਹਰ ਇੱਕ ਮਾਂ ਪਿਓ ਚਾਹੁੰਦਾ ਕਿ ਸਾਡਾ ਬੱਚਾ ਇੱਕ ਸਹੀ ਡਿਸੀਜ਼ਨ ਲਵੇ। ਸ਼ਾਇਦ ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਦੀ ਏਜ ਹਲੇ ਨਹੀਂ ਹੋਈ ਇੱਕ ਪਰਫੈਕਟ ਡਿਸੀਜ਼ਨ ਲੈਣ ਦੀ, ਸੋ ਇਸੇ ਲਈ ਉਹ ਰੋਕ ਰਹੇ ਹੁੰਦੇ ਨਾ ਕੰਮਾਂ ਤੋਂ ਜਾਂ ਫਿਰ ਲਵ ਮੈਰਿਜ ਤੋਂ। ਇਹਦੇ ਲਈ ਕੀ ਕਹਿਣਾ ਚਾਹੋਗੇ, ਜਿਵੇਂ ਉਹ ਮਾਪੇ ਜਿਹੜੇ ਆ ਉਹ ਮਜਬੂਰ ਨਾ ਹੋਣ ਇਹ ਲੜਕੀ ਤੇ ਲੜਕੇ ਨੂੰ ਮੈਰਿਜ ਕਰਵਾਉਣ ਦੇ ਲਈ, ਉਹ ਫੈਸਲਾ ਹੀ ਇਦਾਂ ਦਾ ਲੈਣ, ਜਾਂ ਮਾਪੇ ਹੀ ਹਮੇਸ਼ਾ ਗਲਤ ਹੁੰਦੇ ਨੇ ਕਿ ਬੱਚਿਆਂ ਨੂੰ ਰੋਕਦੇ ਨੇ, ਤੁਸੀਂ ਲਵ ਮੈਰਿਜ ਨੇ, ਅਸੀਂ ਤਾਂ ਆਪ ਰਿਸ਼ਤਾ ਕਰਨਾ ਸੀ, ਇਹ ਤਾਂ ਤੇਰੀ ਮਾਸੀ ਨੂੰ ਮੈਂ ਕਿਹਾ ਸੀ, ਤੇਰੇ ਮੈਂ ਮਾਮੇ ਨੂੰ ਕਿਹਾ ਸੀਗਾ, ਇਦਾਂ ਦਾ ਕੀ ਹੋ ਸਕਦਾ ਵੀ ਜਿਹੜੇ ਮਾਪੇ ਰੋਕਣ ਨਾ ਬੱਚਿਆਂ ਨੂੰ? ਹਾਂਜੀ, ਇਹ ਪਹਿਲਾਂ ਤਾਂ ਇਹ ਹੈ ਕਿ ਆਪਣੀ ਸਾਰਿਆਂ ਨੂੰ ਸੋਚ ਬਦਲਣੀ ਚਾਹੀਦੀ ਹੈ, ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਡੇਟ ਕਰਨਾ ਚਾਹੀਦਾ ਆ, ਕਿਉਂਕਿ ਅਗਰ ਤੁਸੀਂ ਉਹੀ ਪੁਰਾਣੀ ਸੋਚ ਲੈ ਕੇ ਬੈਠੇ ਰਹੋਗੇ ਫਿਰ ਐਦਾਂ ਸੁਸਾਇਟੀ। ਮਾਪਿਆਂ ਨੂੰ ਇੱਥੇ ਚਿੰਤਾ ਹੁੰਦੀ ਬੱਚੇ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ, ਕਿਉਂਕਿ ਜਿਹੜੇ 90% ਅੱਜ ਕੇਸਿਸ ਹੈਗੇ ਨੇ ਅਸੀਂ ਕਚਹਿਰੀਆਂ ਦੇ ਵਿੱਚ ਦੇਖਦੇ ਹਾਂ, ਤੁਸੀਂ ਅਕਸਰ ਦੇਖਦੇ ਹੋ ਅਖਬਾਰਾਂ ਦੇ ਵਿੱਚ ਪੜ੍ਹ ਕੇ ਕਿ ਬੱਚੇ ਜਿਹੜੇ ਆ, ਆਪਾਂ ਅਕਸਰ ਦੇਖਦੇ ਕਿ ਉਹਨਾਂ ਨੇ ਆਤਮ ਹੱਤਿਆ ਕੀਤੀ, ਦੋਨੋਂ ਨੇ। ਪ੍ਰੇਮੀ ਜੋੜੇ ਨੇ ਆਤਮ ਹੱਤਿਆ ਕੀਤੀ, ਪ੍ਰੇਮੀ ਜੋੜੇ ਨੇ ਗੱਡੀ ਥੱਲੇ ਸਿਰ ਦੇ ਦਿੱਤਾ, ਪ੍ਰੇਮੀ ਜੋੜੇ ਨੇ ਫਾਹਾ ਲੈ ਲਿਆ, ਪ੍ਰੇਮੀ ਜੋੜੇ ਨੇ ਲਾਈਵ ਹੋ ਕੇ ਸਲਫਾਸ ਖਾਧੀ ਹੈਗੀ ਆ। ਮਾਪਿਆਂ ਨੂੰ ਚਿੰਤਾ ਹੁੰਦੀ ਕਿ ਸਾਡੇ ਬੱਚੇ ਕੁਰਾਹੇ ਨਾ ਪੈਣ, ਇਸ ਰਾਹੇ ਨਾ ਜਾਣ, ਜਾਂ ਇਹਨਾਂ ਦੀ ਲਾਈਫ ਖਰਾਬ ਨਾ ਹੋਵੇ। ਮਾਪਿਆਂ ਨੂੰ ਇਹ ਚਿੰਤਾ ਹੁੰਦੀ ਆ। ਇੱਦਾਂ ਦਾ ਕੀ ਹੋ ਸਕਦਾ ਜਿਹੜਾ ਲਵ ਮੈਰਿਜ ਵੀ ਹੋ ਜਾਵੇ ਤੇ ਮਾਪੇ ਵੀ ਸਹਿਮਤ ਹੋਣ, ਸੁਸਾਇਟੀ ਦੇ ਵਿੱਚ ਵੀ ਬਦਨਾਮੀ ਨਾ ਹੋਵੇ, ਸੰਵਿਧਾਨ ਤੇ ਪਹਿਲੋਂ ਇਜਾਜ਼ਤ ਦਿੰਦਾ ਹੈ, ਕਾਨੂੰਨ ਵੀ ਫੋਲੋ ਕੀਤਾ ਜਾਵੇ। ਇੱਦਾਂ ਦਾ ਕੀ ਕਰਨਾ ਚਾਹੀਦਾ? ਇਹ ਤਾਂ ਉਹੀ ਹੈ ਕਿ ਫਿਰ ਤੁਸੀਂ ਪਹਿਲਾਂ ਜਿਹੜੀ ਗੱਲ ਹੈ ਕਿ ਤੁਹਾਨੂੰ ਪਹਿਲਾਂ ਤਾਂ ਜਿਹੜੀ ਟੀਨ ਏਜ ਦੀ ਆ ਉਹਦੇ ਵਿੱਚ ਤੁਹਾਨੂੰ ਪਿਆਰ ਪਿਓਰ ਦੇ ਚੱਕਰ 'ਚ ਮੇਰੇ ਹਿਸਾਬ ਨਾਲ ਪੈਣਾ ਨਹੀਂ ਚਾਹੀਦਾ, ਕਿਉਂਕਿ ਉਹ ਏਜ ਇੱਕ ਪਰਫੈਕਟ ਨਹੀਂ ਹੁੰਦੀ, ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਅੱਗੇ ਵੱਧਦੇ ਜਾਂਦੇ ਆਪਣੀ ਲਾਈਫ ਦੇ ਵਿੱਚ ਤੁਹਾਡੀਆਂ ਜਿਹੜੀਆਂ ਅਟਰੈਕਸ਼ਨਸ ਆ ਉਹ ਚੇਂਜ ਹੁੰਦੀਆਂ ਰਹਿੰਦੀਆਂ ਆ ਟਾਈਮ ਟੂ ਟਾਈਮ, ਤੇ ਉਹ ਜਿਹੜਾ ਪਿਆਰ ਆ ਫਿਰ ਉਹ ਇੱਕ ਨਾਲ ਨਹੀਂ ਰਹਿੰਦਾ, ਉਹ ਚੇਂਜ ਹੋ ਜਾਂਦਾ ਆ। ਤੇ ਫਿਰ ਕਿਤੇ ਨਾ ਕਿਤੇ ਜਿਹੜੀ ਇੱਕ ਮਤਲਬ 16-17 ਸਾਲ ਦੀ ਕੁੜੀ ਆ ਉਹ ਉਸੇ ਟਾਈਮ ਸੁਪਨੇ ਸੋਚਣ ਲੱਗ ਪੈਂਦੀ ਵਿਆਹ ਦੇ ਕਿ ਮੈਂ ਕਦੋਂ 18 ਸਾਲ ਦੀ ਹੋਵਾਂ ਤੇ ਮੈਨੂੰ ਰਾਈਟ ਮਿਲੇ ਤੇ ਮੈਂ ਦਵਾ ਦਾ ਵਿਆਹ ਕਰਾ ਲਵਾਂ ਇਹਦੇ ਨਾਲ। ਉਹ ਵਿਆਹ ਕਰਾ ਕੇ ਕੀ ਫਾਇਦਾ ਫਿਰ ਜਦ ਦੋਨੋਂ ਸੈਟਲਡ ਹੀ ਨਹੀਂ ਆ। ਉੱਥੇ ਘਰ ਦੇ ਫਿਰ ਰੋਕਣਗੇ, ਕਿਉਂ ਨਾ ਰੋਕਣਗੇ, ਕਿਉਂਕਿ ਬੱਚੀ ਨਾ ਇੱਕ ਮੈਚਿਓਰਿਟੀ ਨਹੀਂ ਹੈਗੀ ਉਹਦੇ ਅੰਦਰ, ਤੇ ਮਾਪੇ ਨੂੰ ਵੀ ਇਹ ਗੱਲ ਪਤਾ ਹੈ ਕਿ ਉਹ ਕਿਤੇ ਨਾ ਕਿਤੇ ਗਲਤ ਆ ਤੇ ਸਾਡੀ ਕੁੜੀ ਰੁਲ ਜਾਏਗੀ ਅੱਗੇ ਜਾ ਕੇ, ਤੇ ਫਿਰ ਇੱਥੇ ਮਾਪੇ ਦੀ ਚਿੰਤਾ ਜ਼ਾਹਿਰ ਹੈ ਕਰਨੀ ਬਣਦੀ ਹੈ ਨਾ। ਤੇ ਫਿਰ ਇਹ ਮੇਰੇ ਹਿਸਾਬ ਨਾਲ ਤਾਂ ਇਹ ਹੈ ਕਿ ਜਦੋਂ ਕੁੜੀ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਤੇ ਵਧੀਆ ਜੌਬ ਤੇ ਲੱਗ ਜਾਂਦੀ ਆ, ਉਸ ਟਾਈਮ ਉਹਨੂੰ ਇਹ ਵਿਆਹ ਦੇ ਡਿਸੀਜਨ ਲੈਣੇ ਚਾਹੀਦੇ ਆ। ਉਹ ਵੀ ਤਾਂ ਕਿ ਜੇ ਉਹਨੂੰ ਲੱਗਦਾ ਹੈ ਕਿ ਹਾਂ ਉਹਦਾ ਪਾਰਟਨਰ ਉਹਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰਦਾ ਆ, ਪੂਰੀ ਸਪੋਰਟ ਕਰਦਾ ਆ, ਉਹ ਐਨ ਵੈਲ ਸੈਟਲਡ ਹੈਗਾ ਆ, ਉਹਦੇ ਕੋਲ ਪੈਸਾ ਆ, ਸਾਰਾ ਕੁਝ ਹੈ, ਜੌਬ ਕਰਦਾ ਆ, ਤੇ ਉਹਦੇ ਘਰ ਦੇ ਵੀ ਮੂਹਰੇ ਮੰਨਦੇ ਆ ਵਿਆਹ ਨੂੰ, ਕਿਉਂਕਿ ਸਭ ਤੋਂ ਜ਼ਰੂਰੀ ਹੁੰਦੇ ਕਿ ਜਿਸ ਘਰ ਵਿੱਚ ਕੁੜੀ ਨੇ ਜਾਣਾ ਅਗਰ ਉਹਦੇ ਮੁੰਡੇ ਦੇ ਘਰ ਦੇ ਨਹੀਂ ਮੰਨਦੇ ਫਿਰ ਤੁਸੀਂ ਕਿਹਦੇ ਸਿਰ ਤੇ ਇੱਕ ਹੋਪ ਲੈ ਕੇ ਤੁਰੇ ਹੋ ਆ ਕਿ ਨਹੀਂ? ਮੁੰਡੇ ਦੇ ਘਰੇ ਰਹੋਗੇ ਫਿਰ ਤੁਸੀਂ ਕੁੜੀ ਨੂੰ ਤਾਂ ਉਹਦੇ ਘਰੇ ਰਹਿਣਾ। ਅਗਰ ਮੁੰਡੇ ਵੱਲੋਂ ਸਪੋਰਟ ਨਹੀਂ, ਉਹਦੇ ਘਰਦਿਆਂ ਵੱਲੋਂ ਸਪੋਰਟ ਨਹੀਂ, ਫਿਰ ਉੱਥੇ ਕੁੜੀ ਰੁਲੇਗੀ। ਇਸੇ ਗੱਲੋਂ ਘਰ ਦੇ ਡਰਦੇ ਹੁੰਦੇ ਆ ਕਿ ਇਦਾਂ ਨਹੀਂ ਹੋ ਸਕਦਾ ਵੀ ਮੰਨ ਲਓ ਲੜਕੀ ਹੈ ਉਹ ਆਪਣੇ ਪੈਰੀਂ ਹੈ, ਉਹਨੇ ਪੜ੍ਹਾਈ ਕੀਤੀ ਆ, ਮਾਪਿਆਂ ਨੇ ਪੜ੍ਹਾਇਆ ਵੀ ਆ, ਉਹ ਜੌਬ ਤੇ ਵੀ ਲੱਗ ਗਈ ਆ, ਉਹਨੂੰ ਪਸੰਦ ਹੈ, ਉਹਦਾ ਜਿਹੜਾ ਪਾਰਟਨਰ ਜੌਬ ਪਾਰਟਨਰ ਹੋ ਸਕਦਾ, ਉਹਦਾ ਜਦੋਂ ਸਟੱਡੀ ਕਰਦੇ ਸੀ ਉਦੋਂ ਦਾ ਪਾਰਟਨਰ ਹੋ ਸਕਦਾ, ਉਹਦੇ ਨਾਲ ਪ੍ਰੇਮ ਪਿਆਰ ਹੋ ਸਕਦਾ ਹੈ। ਉਹ ਮਾਪਿਆਂ ਨੂੰ ਦੱਸੇ ਵੀ ਆਹ ਲੜਕਾ ਆ, ਦੇਖੋ ਉਹ ਵੈਲ ਸੈੱਟ ਹੈ, ਘਰ ਵੀ ਚੰਗਾ ਹੈ, ਪਰਿਵਾਰ ਵੀ ਚੰਗਾ ਹੈ, ਨਸ਼ਿਆਂ ਤੋਂ ਰਹਿਤ ਹੈ, ਅਗਰ ਤੁਸੀਂ ਉਹਨਾਂ ਦੇ ਮਾਪਿਆਂ ਦੇ ਨਾਲ ਗੱਲ ਕਰ ਲਓ ਤਾਂ ਸਾਡਾ ਜਿਹੜਾ ਪਿਆਰ ਉਹ ਸਿਰੇ ਚੜ੍ਹ ਸਕਦਾ। ਇੱਦਾਂ ਲੱਗਦਾ ਕਿ ਜਿਹੜਾ ਉਹ ਦੋ ਜਣਿਆਂ ਦਾ ਲਵ ਸੀਗਾ, ਪਿਆਰ ਸੀਗਾ, ਉਹ ਸਾਰੇ ਦੋ ਪਰਿਵਾਰਾਂ ਦਾ ਪਿਆਰ ਬਣ ਜਾਊਗਾ। ਬਿਲਕੁਲ ਇਹੀ ਤਾਂ ਮੈਂ ਕਹਿਣਾ ਚਾਹ ਰਹੀ ਹਾਂ ਕਿ ਜਦੋਂ ਤੁਹਾਨੂੰ
ਸਹੀ ਲੱਗ ਰਿਹਾ ਸਾਰਾ ਕੁਝ ਤਾਂ ਤੁਸੀਂ ਆਪਣੇ ਘਰ ਦੇ ਬਿਠਾਓ ਦੋਨੋਂ ਧਿਰ ਜਿਹੜੇ ਵੀ ਆ, ਕੁੜੀ ਦੇ ਵੀ ਮੁੰਡੇ ਦੇ ਵੀ, ਔਰ ਉਹਨਾਂ ਨੂੰ ਸਾਰੀ ਗੱਲ ਦੱਸੋ, ਕਿਉਂਕਿ ਪਹਿਲਾ ਜਿਹੜਾ ਹੱਕ ਆ ਉਹ ਘਰਦਿਆਂ ਨੂੰ ਹੀ ਆ। ਜੇ ਇੱਕ ਕੁੜੀ ਆਪਣੇ ਮਾਪਿਓ ਨੂੰ ਆਪਣਾ ਇੱਕ ਦੋਸਤ ਮੰਨੇਗੀ ਸਹੀ ਤਰ੍ਹਾਂ, ਤਾਂ ਮੈਂ ਕਹਿੰਦੀ ਕੋਈ ਵੀ ਬੱਚਾ ਗਲਤ ਨਹੀਂ ਹੋਏਗਾ। ਜਦੋਂ ਤੁਸੀਂ ਆਪਣੇ ਮਾਪਿਓ ਨੂੰ ਭੁੱਲ ਕੇ ਹੋਰ ਕੁੜੀਆਂ ਦੇ ਉੱਤੇ ਯਕੀਨ ਕਰਦੇ ਆ ਜਾਂ ਮੁੰਡਿਆਂ ਦੇ ਉੱਤੇ ਯਕੀਨ ਕਰਦੇ, ਉੱਥੇ ਕੁੜੀ ਗਲਤ ਵੇ ਤੇ ਪੈ ਸਕਦੀ ਆ। ਤੇ ਜੇ ਹਰ ਗੱਲ ਮਾਪਿਓ ਨੂੰ ਪਤਾ ਹੋਏਗੀ ਤਾਂ ਅਗਰ ਉਹ ਤੁਸੀਂ ਗਲਤ ਵੀ ਹੋਵੋਗੇ ਨਾ, ਤਾਂ ਮਾਪਿਓ ਤੁਹਾਨੂੰ ਉੱਥੇ ਰੋਕਣ ਦੀ ਕੋਸ਼ਿਸ਼ ਕਰਨਗੇ। ਤੇ ਜੇ ਚਲੋ ਵਿਆਹ ਦੀ ਗੱਲ ਤੁਰੇਗੀ ਤਾਂ ਦੋਨੋਂ ਫੈਮਲੀਆਂ ਬੈਠਣ ਆਪਸ ਵਿੱਚ ਗੱਲਬਾਤ ਕਰਨ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਸਭ ਕੁਝ ਸਹੀ ਆ, ਦੋਨੋਂ ਠੀਕ ਹੈ, ਕੁੜੀ ਮੁੰਡਾ ਇੱਕ ਦੂਜੇ ਲਈ, ਤਾਂ ਫਿਰ ਕਿਸੇ ਨੂੰ ਕੋਈ, ਮੈਨੂੰ ਤਾਂ ਲੱਗਦਾ ਇਤਰਾਜ਼ ਕਰਨ ਦੀ ਲੋੜ ਨਹੀਂ। ਹਾਂ, ਇੱਥੇ ਇੱਕ ਮੈਂ ਮਾਪਿਓ ਨੂੰ ਵੀ ਜ਼ਰੂਰ ਸਾਰਿਆਂ ਦੇ ਨੂੰ ਇਹੀ ਮਤਲਬ ਮੈਸੇਜ ਦੇਣਾ ਚਾਹੂੰਗੀ ਕਿ ਅਗਰ ਦੋਨੋਂ ਠੀਕ ਆ, ਕੁੜੀ ਵੀ ਠੀਕ ਹੈ, ਮੁੰਡਾ ਵੀ ਠੀਕ ਹੈ, ਵਧੀਆ ਸੈਟਲਡ ਆ, ਤਾਂ ਫਿਰ ਆਪਣੀ ਜਿਹੜੀ ਉਹ ਇੱਕ ਹੁੰਦੀ ਨਾ ਫੋਕੀ, ਮਤਲਬ ਕਿ ਤੁਸੀਂ ਹਿੰਡ ਰੱਖਦੇ ਹੋ, ਜਿੱਦ ਰੱਖਦੇ ਹੋ ਅਣਖ ਵਾਲੀ ਜਾਂ ਕੁਝ ਵੀ ਆ, ਬੇ ਅਰੇਂਜ ਮੈਰਿਜ ਹੀ ਕਰਨੀ ਹੈ ਉਹ ਫਿਰ ਤੁਹਾਨੂੰ ਉੱਥੇ ਥੋੜਾ ਜਿਹਾ ਝੁੱਕ ਲੈਣਾ ਚਾਹੀਦਾ ਆ, ਕਿਉਂਕਿ ਉਹ ਝੁੱਕ ਨਹੀਂ, ਸਹਿਮਤ ਹੋ ਜਾਣਾ ਚਾਹੀਦਾ। ਹਾਂਜੀ, ਫਿਰ ਉਹੀ ਕਿ ਆਪਣੀ ਥੋੜੀ ਹਿੰਡ ਨੂੰ ਘੱਟ ਕਰ ਲੈਣਾ ਚਾਹੀਦਾ ਹੈ ਕਿ ਹਾਂ ਕਿ ਸਾਡੇ ਬੱਚੇ ਪ੍ਰਾਊਡ ਫੀਲ ਕਰਨਾ ਚਾਹੀਦਾ ਇੱਕ ਬਿਲਕੁਲ ਜੀ, ਇਹ ਪ੍ਰਾਊਡ ਫੀਲ ਕਰਨਾ ਚਾਹੀਦਾ। ਹਿੰਡ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋ ਰਿਹਾ, ਜਿੱਥੇ ਬੱਚਿਆਂ ਦੀ ਲਵ ਮੈਰਿਜ, ਜਿੱਥੇ ਸਾਡਾ ਸੰਵਿਧਾਨ ਵੀ ਇਜਾਜ਼ਤ ਦਿੰਦਾ, ਕਾਨੂੰਨ ਵੀ ਉਸ ਲੜਕੀ ਤੇ ਲੜਕੇ ਦੇ ਨਾਲ ਖੜਦਾ, ਕਿਉਂਕਿ ਸੰਵਿਧਾਨ ਦੇ ਮੁਤਾਬਕ ਦੇਸ਼ ਚੱਲਦਾ ਹੈਗਾ। ਜਿਵੇਂ ਮਮਤਾ ਨੇ ਕਿਹਾ ਹੈ ਕਿ ਅਗਰ ਲੜਕੀ ਪੈਰੀ ਹੈ, ਉਹਦੇ ਪਸੰਦ ਦਾ ਲੜਕਾ ਵੀ ਪੈਰੀ ਹੈ, ਦੋਨੋਂ ਵੈਲ ਸੈੱਟ ਨੇ, ਮਾਪਿਆਂ ਨੇ ਵੀ ਤਾਂ ਇਹੀ ਲੱਭਣਾ ਹੁੰਦਾ। ਬਿਲਕੁਲ ਹੈ, ਤੇ ਮਾਪਿਆਂ ਨੂੰ ਜਿਹੜੀ ਹੈ ਉਹਨਾਂ ਦੀ ਜ਼ਿੰਮੇਵਾਰੀ ਸਮੋ ਘਟਦੀ ਹੈ। ਅਗਰ ਬੱਚੇ ਆਪ ਆਪਣਾ ਫੈਸਲਾ ਲੈਂਦੇ ਨੇ, ਡਿਸੀਜਨ ਲੈਂਦੇ ਨੇ, ਪਰ ਉਹ ਮਾਪਿਆਂ ਦੀ ਸਹਿਮਤੀ ਵੀ ਬਹੁਤ ਜ਼ਰੂਰੀ ਹੈ ਔਰ ਉਹ ਫੈਸਲਾ ਚੰਗਾ ਵੀ ਹੋਵੇ। ਕਈ ਵਾਰ ਇਹ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੀ ਲੜਕੀ ਬਹੁਤ ਅੱਛੀ ਪੜ੍ਹੀ ਲਿਖੀ ਹੁੰਦੀ ਹੈ ਤੇ ਨਕੰਮਾ ਨਸ਼ਈ ਲੜਕਾ ਜਿਹੜਾ ਉਹ ਲੱਭ ਕੇ ਕਿਤੇ ਨਾ ਕਿਤੇ ਉਹ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਕਿਤੇ ਮਾੜੀ ਜਿਹੀ ਅੱਖ ਦੀ ਝਲਕ ਦੇ ਨਾਲ ਹੀ ਇੱਕ ਦੂਜੇ ਨਾਲ ਪ੍ਰੇਮ ਕਰਕੇ ਉਹਦੇ ਵਿੱਚ ਉਹਦੇ ਨੁਕਸਾਨ ਹੁੰਦੇ ਨੇ। ਇਹ ਵੀ ਅਸੀਂ ਅਕਸਰ ਦੇਖਦੇ ਹਾਂ ਕਿ ਜਿਸ ਮਾਂ ਪਿਓ ਨੇ ਲੜਕੀ ਜਾਂ ਲੜਕੇ ਨੂੰ ਬਹੁਤ ਚਾਵਾਂ ਲਾਡਾਂ ਦੇ ਨਾਲ ਪਾਲਿਆ ਹੁੰਦਾ, ਵੱਡਿਆਂ ਕੀਤਾ ਹੁੰਦਾ, ਜੋਬ ਤੱਕ ਲੈ ਕੇ ਗਏ ਹੁੰਦੇ, ਤੇ ਉਹੀ ਲੜਕੀਆਂ ਘਰ ਖਾਲੀ ਕਰਕੇ ਘਰੋਂ ਗਹਿਣੇ ਲੁੱਟੇ ਨੇ, ਪੈਸਾ ਚੱਕਿਆ ਹੈ, ਬਹੁਤ ਹੋਰ ਮਹਿੰਗਾ ਕੀਮਤੀ ਸਮਾਨ ਚੱਕ ਕੇ ਭੱਜ ਜਾਂਦੇ ਨੇ। ਪਰ ਉਹ ਘਰੋਂ ਚੱਕੇ ਪੈਸੇ ਦੇ ਨਾਲ ਬਸ ਇਹ ਦੇਖਣ ਦੇ ਵਿੱਚ ਆਉਂਦਾ ਕਿ ਉਹਨਾਂ ਦਾ ਮਹੀਨਾ ਕੁ ਮਸੀਂ ਲੰਘਦਾ, 6 ਮਹੀਨੇ ਮਸੀਂ ਕੁ ਲੰਘਦੇ ਹੈਗੇ ਨੇ, ਤੇ ਉਦੋਂ ਬਾਅਦ ਦੇ ਵਿੱਚ ਉਹ ਫਿਰ ਘਰ ਨੂੰ ਇੱਦਾਂ ਆਉਂਦੇ ਹੁੰਦੇ ਜਿੱਦਾਂ ਸਭ ਕੁਝ ਲੁੱਟ-ਪੁੱਟ ਕੇ ਆਏ ਹੁੰਦੇ ਆ। ਤੇ ਕਈ ਵਾਰ ਉਹ ਲੜਕੀ ਵੀ ਉਹ ਛੱਡ ਕੇ ਚਲੀ ਜਾਂਦੀ ਹੁੰਦੀ ਜਾਂ ਲੜਕਾ ਵੀ ਉਹ ਛੱਡ ਕੇ ਚਲੇ ਜਾਂਦਾ ਹੁੰਦਾ। ਆਓ ਸੱਚੀ ਮੁੱਚੀ ਆਪਾਂ ਇਹ ਜਿਹੜਾ ਡਿਸੀਜਨ ਹੈਗਾ, ਜ਼ਿੰਦਗੀ ਦਾ ਅਹਿਮ ਡਿਸੀਜਨ ਹੈ, ਅਹਿਮ ਫੈਸਲਾ ਹੈ ਮੈਰਿਜ ਦਾ, ਉਹ ਲਵ ਮੈਰਿਜ ਜਾਂ ਅਰੇਂਜ ਮੈਰਿਜ। ਅਸੀਂ ਤਾਂ ਇਹ ਚਾਹਾਂਗੇ ਆਪਾਂ ਜਾਤ ਪਾਤ ਤੋਂ ਉੱਤੇ ਉੱਠ ਕੇ ਸ਼ਾਦੀਆਂ ਕਰੀਏ। ਆਪਾਂ ਸੱਚੀ ਮੁੱਚੀ ਜਿੱਥੇ ਗੁਰੂਆਂ ਪੀਰਾਂ ਸਾਡੇ ਫਕੀਰਾਂ ਨੇ ਕਿਹਾ ਕਿ ਜਾਤ ਪਾਤ ਤੋਂ ਉੱਤੇ ਉੱਠੋ, ਤੇ ਅਸੀਂ ਵੀ ਆਪਾਂ ਵੀ ਜਾਤ ਪਾਤ ਤਦੇ ਖਤਮ ਹੋਏਗੀ, ਇਕੱਠੇ ਖਾਣ ਪੀਣ ਨਾਲ ਥੋੜੀ ਖਤਮ ਹੋਏਗੀ ਉਹ। ਤੇ ਜਦੋਂ ਅਸੀਂ ਆਪਣੀ ਜਿਹੜੀ ਸਾਂਝ ਪਾਵਾਂਗੇ, ਅਸੀਂ ਰਿਸ਼ਤੇ ਜਿਹੜੇ ਨੇ ਉਹ ਅਸੀਂ ਜਾਤ ਪਾਤ ਤੋਂ ਉੱਤੇ ਉੱਠ ਕੇ ਕਰਾਂਗੇ, ਫਿਰ ਜਾਤ ਪਾਤ ਖਤਮ ਹੋਏਗੀ। ਇਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਇਹ ਜਿਹੜਾ ਕਾਸਟ ਇਸ਼ੂ ਹੈ ਇਸ ਅੱਜ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਇੱਕ ਵੱਡਾ ਇਸ਼ੂ ਬਣ ਚੁੱਕਿਆ। ਮੇਰੇ ਸਾਰੇ ਧਰਮ ਕਹਿ ਰਹੇ ਨੇ ਕਿ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ, ਪਰ ਅਸੀਂ ਮੰਨਦੇ ਨਹੀਂ। ਉਹ ਧਰਮ ਕਹਿ ਰਹੇ ਨੇ ਤੇ ਧਰਮ ਨੂੰ ਮੰਨਦੇ ਵੀ ਅਸੀਂ ਲੋਕ ਹਾਂ, ਪਰ ਅਸੀਂ ਸਿਰਫ ਇੱਕ ਨਾਮ ਦੇ ਫਾਰਮੈਲਿਟੀਆਂ ਲਈ ਤਾਂ ਕਹਿੰਦੇ ਆ ਕਿ ਅਸੀਂ ਉਸ ਧਰਮ ਨੂੰ ਮੰਨਦੇ ਆ, ਪਰ ਕੀ ਤੁਸੀਂ ਵਾਕਈ ਮੰਨਦੇ ਆ? ਇਹ ਸਾਨੂੰ ਥੋੜੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ। ਬਿਲਕੁਲ ਮਮਤਾ ਜੀ, ਤੁਸੀਂ ਆਖਰ ਦੇ ਉੱਤੇ ਜਿਨ੍ਹਾਂ ਲੜਕਿਆਂ ਨੇ ਹਜੇ ਆਪਣਾ ਲਾਈਫ ਦਾ ਇਹ ਜਿਹੜਾ ਅਹਿਮ ਫੈਸਲਾ ਲੈਣਾ ਹੈ, ਜ਼ਿੰਦਗੀ ਦੇ ਵਿੱਚ ਮੈਰਿਜ ਦਾ ਜਿਹੜਾ ਫੈਸਲਾ ਲੈਣਾ ਹੈਗਾ, ਬਹੁਤ ਸਾਰੇ ਬੱਚੇ ਅੱਜ ਤੁਹਾਡੀ ਗੱਲ ਨੂੰ ਮੰਨ ਕੇ ਸਮਝ ਕੇ ਉਹਨਾਂ ਦੇ ਖਾਨੇ 'ਚ ਗੱਲ ਪੈ ਗਈ ਹੋਏਗੀ, ਹੋਰ ਵੀ ਪਏਗੀ, ਤਾਂ ਕਿ ਉਹ ਗਲਤ ਫੈਸਲਾ ਨਹੀਂ ਲੈਣਗੇ। ਤੇ ਆਖਰ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਵੀ ਤੇ ਸਾਡੇ ਬਜ਼ੁਰਗਾਂ ਨੂੰ ਵੀ? ਅਗਰ ਦੋਨੋਂ ਲੜਕੀ ਤੇ ਲੜਕਾ ਵੈਲ ਸੈੱਟ ਨੇ, ਅੱਛਾ ਉਹਨਾਂ ਦਾ ਜੀਵਨ ਗੁਜ਼ਰ ਬਸਰ ਹੋ ਸਕਦਾ, ਤਾਂ ਉਹਨਾਂ ਦੇ ਵਿੱਚ ਰੁਕਾਵਟ ਵੀ ਨਹੀਂ ਬਣਨਾ ਚਾਹੀਦਾ। ਦੇਖੋ, ਦੋਨਾਂ ਪਾਸਿਆਂ ਦੇ ਵਿੱਚ ਕਿਤੇ ਨਾ ਕਿਤੇ ਸੈਟੀਸਫਾਈਡ ਹੋਣਾ ਬਹੁਤ ਜ਼ਰੂਰੀ ਹੈਗਾ। ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮਤਲਬ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਧਮਕੀਆਂ ਦਿੰਦੇ ਆ ਜਾਂ ਫਿਰ ਬਹੁਤ ਜ਼ਿਆਦਾ ਟੌਰਚਰ ਕਰਦੇ ਆ, ਹੈ ਨਾ, ਉਹ ਬੰਦ ਕਰਨਾ ਚਾਹੀਦਾ ਆ, ਕਿਉਂਕਿ ਤੁਸੀਂ ਇੱਕ ਫੋਰਸਫੁਲੀ ਜੋ ਤੁਸੀਂ ਡਿਸੀਜ਼ਨ ਲੈਂਦੇ ਹੋ ਕਦੇ ਵੀ ਸਿਰੇ ਨਹੀਂ ਚੜ੍ਹਦਾ। ਇਹ ਗੱਲ ਇੱਥੇ ਆ। ਤੇ ਦੂਜੀ ਗੱਲ ਇਹ ਆ ਕਿ ਜੋ ਵੀ ਡਿਸੀਜ਼ਨ ਆ, ਚਾਹੇ ਲਵ ਮੈਰਿਜ ਆ ਚਾਹੇ ਅਰੇਂਜ ਮੈਰਿਜ ਆ, ਉਹ ਤੁਸੀਂ ਆਪਣੇ ਮਾਪੇ ਦੇ ਹੱਥਾਂ ਵਿੱਚ ਸੌਂਪ ਦਿਓ, ਕਿਉਂਕਿ ਜੇ ਤੁਹਾਡੇ ਮਾਪੇ ਇੱਕ ਤੁਹਾਨੂੰ ਬਚਪਨ ਤੋਂ ਵੱਡੇ ਹੋਣ ਤੱਕ ਤੁਹਾਡੀ ਜ਼ਿੰਮੇਵਾਰੀ ਨਿਭਾ ਰਹੇ ਆ, ਤਾਂ ਉਹ ਤੁਹਾਡੇ ਵਿਆਹ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ, ਬਖੂਬੀ ਨਿਭਾਉਣਗੇ, ਤੁਹਾਡੇ ਨਾਲੋਂ ਵਧੀਆ ਨਿਭਾਉਣਗੇ। ਔਰ ਦੂਜੀ ਗੱਲ ਇਹ ਆ ਕਿ ਮੈਂ ਮਾਪਿਆਂ ਨੂੰ ਵੀ ਇਹੀ ਗੱਲ ਕਹਿੰਦੀ ਆ ਕਿ ਹਾਂ, ਅਗਰ ਦੋਨੋਂ ਤੁਹਾਨੂੰ ਗੁਣ ਵਧੀਆ ਲੱਗਦੇ ਦੋਨਾਂ ਬੱਚਿਆਂ ਦੇ ਵਿੱਚ, ਤਾਂ ਤੁਹਾਨੂੰ ਵੀ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਸਹਿਮਤ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਆਪਣੇ ਅਣਖ ਦੇ ਚੱਕਰ ਦੇ ਵਿੱਚ ਤੁਸੀਂ ਉਹਨਾਂ ਨੂੰ ਰੁਲਾਈ ਜਾਓ।
ਤੇ ਜਿੱਥੇ ਉਹ ਲੱਗਦਾ ਕਿ ਹਾਂ ਨਹੀਂ ਨਿਭੇਗੀ ਜਾਂ ਕੁਝ ਵੀ ਗਲਤ ਹੈ, ਫਿਰ ਉੱਥੇ ਤੁਸੀਂ ਪਿਆਰ ਨਾਲ ਸਮਝਾਓ ਬੱਚੇ ਨੂੰ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮਾਪਿਓ ਦੇ ਪਿਆਰ ਤੋਂ ਉੱਪਰ ਕੋਈ ਦੁਨੀਆ ਦਾ ਹੋਰ ਪਿਆਰ ਹੈਗਾ। ਤੇ ਬਾਕੀ ਬਸ ਇਹੀ ਹੈ ਕਿ ਆਪਣੇ ਆਪਣੇ ਸਹੀ ਰਹੋ ਰਸਤੇ ਦੇ ਉੱਤੇ। ਬੱਚਿਆਂ ਨੂੰ ਵੀ ਇਹੀ ਅਪੀਲ ਹੈ, ਜੇ ਤੁਹਾਨੂੰ ਚਲੋ ਇਸ ਰਸਤੇ ਤੇ ਕਿਤੇ ਪੈ ਵੀ ਜਾਂਦੇ ਆ, ਕਿਸੇ ਨਾਲ ਪਿਆਰ ਵੀ ਹੋ ਜਾਂਦਾ ਆ, ਤਾਂ ਪਹਿਲਾਂ ਆਪਣੇ ਮਾਪਿਆਂ ਨੂੰ ਜ਼ਰੂਰ ਦੱਸੋ। ਇਹ ਨਹੀਂ ਕਿ ਕਿਸੇ ਹੋਰ ਤੋਂ ਪਤਾ ਲੱਗੇ ਉਹ ਜ਼ਿਆਦਾ ਦੁੱਖ ਲੱਗਦਾ ਹੈ ਕਿ ਤੁਹਾਡੀ ਕੁੜੀ ਇੱਦਾਂ ਹੈ ਜਾਂ ਮੁੰਡਾ, ਫਿਰ ਉੱਥੇ ਗਲਤ ਹੋ ਜਾਂਦਾ ਆ। ਬਿਲਕੁਲ ਬਿਲਕੁਲ ਮਮਤਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਿਲਕੁਲ ਉਮੀਦ ਹੈ ਕਿ ਜਿਹੜੇ ਅੱਜ ਸਾਡੇ ਸਰੋਤੇ ਸੁਣ ਰਹੇ ਨੇ ਇਸ ਵੇਲੇ NKN TV ਤੇ ਸਕਰੀਨ ਦੇ ਅੱਗੇ ਬੈਠੇ ਨੇ, ਜਾਂ ਮੋਬਾਈਲ ਦੇ ਉੱਤੇ ਤੁਸੀਂ YouTube ਤੇ ਵੀ ਦੇਖ ਰਹੇ ਹੋ ਜਾਂ Facebook ਤੇ ਦੇਖ ਰਹੇ ਹੋ, ਆਸ ਕਰਦੇ ਹਾਂ ਕਿ ਅੱਜ ਜਿਹੜੀ ਚਰਚਾ ਚੱਲੀ ਹੈ ਲਵ ਮੈਰਿਜ ਦੀ, ਲਵ ਤੇ ਮੈਰਿਜ ਤੋਂ ਲਵ ਸ਼ੁਰੂ ਹੋਵੇ, ਪਰ ਲਵ ਜਿਹੜਾ ਆ ਮੈਰਿਜ ਤੋਂ ਪਹਿਲਾਂ ਜਿਹੜਾ ਹੋ ਗਿਆ, ਲਵ ਮੈਰਿਜ ਤੋਂ ਬਾਅਦ ਖਤਮ ਨਾ ਕਿਤੇ ਹੋ ਜਾਏ। ਕਿਉਂ ਜੀ ਮਮਤਾ ਜੀ? ਤੇ ਸੱਚੀ ਮੁੱਚੀ ਆਪਾਂ ਇਹ ਲਵ ਜਿਹੜਾ ਹੋਰ ਵੀ ਪਹਿਲੋਂ ਲੜਕੀ ਲੜਕੇ ਦਾ, ਉਹ ਦੋ ਪਰਿਵਾਰਾਂ ਦੇ ਵਿੱਚ, ਦੋ ਰਿਸ਼ਤੇਦਾਰੀਆਂ ਦੇ ਵਿੱਚ, ਅੱਗੇ ਸਮਾਜ ਦੇ ਵਿੱਚ ਇਹ ਲਵ ਜਾਵੇ, ਅਸੀਂ ਕਾਮਨਾ ਕਰਦੇ ਹਾਂ। ਲਵ ਮੈਰਿਜ ਕਰਵਾਉਣੀ ਹੈ, ਬਹੁਤ ਚੰਗੀ ਗੱਲ ਹੈ, ਸਾਨੂੰ ਸੰਵਿਧਾਨ ਇਜਾਜ਼ਤ ਦਿੰਦਾ ਹੈ, ਸਾਡੀ ਜਿਹੜੀ ਕਾਨੂੰਨ ਇਜਾਜ਼ਤ ਦਿੰਦਾ ਹੈ, ਪਰ ਲਵ ਤੇ ਮੈਰਿਜ ਦੇ ਵਿੱਚ ਇੰਨਾ ਕੁ ਭੁਲੇਖਾ ਨਾ ਹੋਵੇ ਵੀ ਇਹ ਜਿਹੜਾ ਲਵ ਮੈਰਿਜ ਹੈ ਸਾਡਾ ਨੇਪਰੇ ਸਿਰੇ ਨਹੀਂ ਚੜ੍ਹਨਾ। ਆਓ ਅਸੀਂ ਆਸ ਕਰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਬਹੁਤ ਸਾਰੀ ਜਿਹੜੀ ਆ ਉਹ ਇਸ ਅੱਜ ਦੇ ਇਸ਼ੂ, ਅੱਜ ਦੇ ਟੌਪਿਕ ਤੋਂ ਬਹੁਤ ਚੰਗੀ ਗੱਲ ਸਮਝੀ ਵੀ ਹੋਏਗੀ, ਔਰ ਅੱਜ ਜਿਨ੍ਹਾਂ ਨੇ ਫੈਸਲਾ ਲਿਆ ਹੋਏਗਾ ਲਵ ਮੈਰਿਜ ਕਰਨੀ ਆ, ਕਰੋ, ਪਰ ਮਾਪਿਆਂ ਦੀ ਸਹਿਮਤੀ ਦੇ ਨਾਲ। ਪਰ ਇਹ ਜ਼ਰੂਰ ਦੇਖੋ ਕਿ ਸਾਡੀ ਉਮਰ ਭਰ ਦਾ ਜਿਹੜਾ ਇਹ ਅੱਜ ਦਾ ਰਿਸ਼ਤਾ ਬਣਨ ਜਾ ਰਿਹਾ ਉਹ ਨੇਪਰੇ ਚੜ੍ਹੇਗਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮਮਤਾ ਜੀ। ਓਕੇ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ NKN TV। ਥੈਂਕ ਯੂ।